ਹੈਲੋ ਡੀਅਰ ਸਟੂਡੈਂਟਸ, ਬਹੁਤ ਹੀ ਪਿਆਰੇ ਬੱਚਿਓ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਨਵੀਂ ਕਲਾਸ 10ਵੀਂ ਕਲਾਸ ਦੇ ਵਿੱਚ। ਸੋ ਬੇਟਾ, ਅੱਜ ਆਪਾਂ ਤੁਹਾਡੀ 10ਵੀਂ ਕਲਾਸ ਇਹ 9th ਦੇ ਵਿੱਚ ਵੀ ਤੁਸੀਂ ਕੁਝ ਟੌਪਿਕ ਕਰਕੇ ਆਏ ਸੀ, ਇਹਦੇ ਨਾਲ ਸੰਬੰਧਿਤ ਭਾਰਤ ਇੱਕ ਜਾਣ ਪਛਾਣ, ਇਹਦੇ ਨਾਲ ਸੰਬੰਧਿਤ ਕੁਝ ਜਾਣਕਾਰੀ ਹਾਸਲ ਕਰਾਂਗੇ। ਕੁਛ ਪਾਰਟ ਤੁਸੀਂ 9th ਕਲਾਸ 'ਚ ਵੀ ਪੜ੍ਹ ਕੇ ਆਏ ਹੋ, 9th ਦੇ ਵਿੱਚ ਵੀ ਹੈਲਪਫੁਲ ਸੀ ਇਹ, ਅਤੇ ਹੁਣ 10th ਦੇ ਵਿੱਚ ਵੀ ਤੁਹਾਡੇ ਕਾਫੀ ਹੈਲਪਫੁਲ ਹੋਏਗਾ। ਸੋ ਆਪਾਂ ਤੁਹਾਡੀ ਸਮਾਜਿਕ ਵਿਗਿਆਨ ਦੇ ਭੂਗੋਲ ਵਿੱਚੋਂ ਪਹਿਲਾ ਚੈਪਟਰ ਹੈ ਭਾਰਤ ਇੱਕ ਜਾਣ ਪਛਾਣ, ਉਹਦੇ ਨਾਲ ਕੁਝ ਸੰਬੰਧਿਤ ਜਾਣਕਾਰੀ ਅੱਜ ਆਪਾਂ ਹਾਸਲ ਕਰਦੇ ਹਾਂ। ਭਾਗ ਪਹਿਲਾ ਆਪਾਂ ਇਹਦਾ ਸ਼ੁਰੂ ਕਰਨ ਲੱਗੇ ਹਾਂ। ਸੋ ਪਿਆਰੇ ਬੱਚਿਓ, ਜਿਵੇਂ ਕਿ ਆਪਾਂ 9th 'ਚ ਵੀ ਪੜ੍ਹ ਕੇ ਆਏ ਸੀ, ਭਾਰਤ ਦਾ ਸੰਵਿਧਾਨਿਕ ਨਾਮ ਕੀ ਹੈ? ਭਾਰਤ ਗਣਰਾਜ ਦਾ ਰਿਪਬਲਿਕ ਆਫ ਇੰਡੀਆ, ਇਹ ਹੈ ਭਾਰਤ ਦਾ ਅਸਲੀ ਸੰਵਿਧਾਨਿਕ ਨੇਮ। ਵਿਸ਼ਾਲ ਭੂਗੋਲਿਕ ਵਿਸਥਾਰ ਵਾਲਾ ਵੱਡਾ ਦੇਸ਼ ਹੈ, ਤੁਹਾਨੂੰ ਪਤਾ ਵੀ ਬਹੁਤ ਵੱਡਾ ਦੇਸ਼ ਹੈ। ਜੇ ਆਕਾਰ ਦੀ ਗੱਲ ਕਰੀਏ, ਖੇਤਰਫਲ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਇਹਦਾ 7ਵਾਂ ਨੰਬਰ ਹੈ, 7ਵੇਂ ਸਥਾਨ ਦੇ ਉੱਤੇ ਆਉਂਦਾ ਹੈ। ਜੇ ਆਪਾਂ ਇਹਨੂੰ ਖੇਤਰਫਲ ਦੀ ਗੱਲ ਕਰੀਏ, ਦੁਨੀਆ ਦੇ ਵਿੱਚੋਂ ਵੱਡੇ ਦੇਸ਼ਾਂ 'ਚੋਂ ਗੱਲ ਕਰੀਏ ਤਾਂ ਇਹ 7ਵੇਂ ਨੰਬਰ 'ਤੇ ਆਉਂਦਾ ਹੈ। ਜੇ ਜਨਸੰਖਿਆ ਵਾਲੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਬੇਟਾ ਇਹ ਦੁਨੀਆ ਦੇ ਵਿੱਚ ਦੂਸਰੇ ਨੰਬਰ 'ਤੇ ਜਨਸੰਖਿਆ ਦੇ ਅਕੋਰਡਿੰਗਲੀ ਵੱਡਾ ਪਾਪੂਲੇਟਡ ਕੰਟਰੀ ਹੈ। ਪਹਿਲਾ ਕੰਟਰੀ ਸਾਨੂੰ ਪਤਾ ਹੈ ਚੀਨ ਹੈ, ਸਾਡਾ ਗਵਾਂਢੀ ਦੇਸ਼ ਚੀਨ, ਉਹ ਜਨਸੰਖਿਆ 'ਚ 1 ਨੰਬਰ 'ਤੇ ਹੈ ਅਤੇ ਭਾਰਤ ਦੂਸਰੇ ਨੰਬਰ 'ਤੇ ਹੈ। ਯਾਨੀ ਜੇ ਆਪਾਂ ਸੰਸਾਰ ਦੀ ਕੁੱਲ ਖੇਤਰਫਲ ਕਰੀਏ, ਸਾਰੀ ਧਰਤੀ ਦੇ ਉੱਤੇ ਜ਼ਮੀਨ ਦੇ ਖੇਤਰਫਲ ਦੇ ਪੁਆਇੰਟ ਆਫ ਵਿਊ ਨਾਲ ਭਾਰਤ ਦੇ ਹਿੱਸੇ ਕਿੰਨਾ ਆਉਂਦਾ ਹੈ? 2.4% ਜ਼ਮੀਨ ਆਉਂਦੀ ਹੈ। ਜਦ ਕਿ ਸਾਡੇ ਕੋਲ ਪਾਪੂਲੇਸ਼ਨ ਕਿੰਨੀ ਹੈ ਸਾਰੀ ਵਰਲਡ ਦੀ? 17.5%। ਇਹ ਪਾਪੂਲੇਸ਼ਨ ਅਸੀਂ ਸਾਂਭੀ ਬੈਠੇ ਹਾਂ, ਸਾਡੇ ਮੁਲਕ ਦੇ ਵਿੱਚ ਇੰਨੀ ਪਾਪੂਲੇਸ਼ਨ ਹੈ, ਜਦ ਕਿ ਸਾਡੇ ਕੋਲ ਜ਼ਮੀਨ ਦਾ 2.4% ਹਿੱਸਾ ਹੀ ਹੈ ਜੇ ਖੇਤਰਫਲ ਸਾਨੂੰ ਮਿਲਿਆ ਹੋਇਆ। ਸੋ ਇਹ ਭਾਰਤ ਦੀ ਇੱਕ ਮੁੱਢਲੀ ਜਾਣਕਾਰੀ ਹੈ। ਇਹਦੇ ਵਿੱਚੋਂ 2 ਪੁਆਇੰਟ ਜਿਹੜੇ ਹੈਗੇ ਨੇ, ਇੱਕ ਤਾਂ ਭਾਰਤ ਦਾ ਸੰਵਿਧਾਨਿਕ ਨਾਮ ਕੀ ਹੈ, 7ਵਾਂ ਵੱਡਾ ਕੰਟਰੀ ਹੈ ਖੇਤਰਫਲ ਦੀ ਦ੍ਰਿਸ਼ਟੀ ਤੋਂ ਜਾਂ ਜਨਸੰਖਿਆ ਦੀ ਦ੍ਰਿਸ਼ਟੀ ਤੋਂ, ਦੂਸਰਾ ਵੱਡਾ ਕੰਟਰੀ ਹੈ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ NTSC ਦੇ ਐਗਜ਼ਾਮ ਦੇ ਵਾਸਤੇ ਵੀ। ਉਸੇ ਤਰ੍ਹਾਂ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਰਤ ਕੋਲ ਹੈ? 2.4%। ਕਿੰਨੀ ਪਾਪੂਲੇਸ਼ਨ ਭਾਰਤ ਦੇ ਕੋਲ ਹੈ? ਇਹ ਹੈ 17.5%। ਬੇਟਾ ਇਹ ਸੈਂਸਿਸ 2011 ਦੇ ਜਿਹੜੇ ਅੰਕੜੇ ਨੇ ਉਹਦੇ ਅਕੋਰਡਿੰਗਲੀ ਨੇ। 10 ਸਾਲਾਂ ਬਾਅਦ ਸਾਡੇ ਭਾਰਤ ਦੇ ਵਿੱਚ ਸੈਂਸਿਸ ਹੁੰਦੇ ਨੇ, ਜਨਗਣਨਾ ਹੁੰਦੀ ਹੈ। 2021 'ਚ ਹੋਣੀ ਸੀ, ਬਟ ਡਿਊ ਟੂ ਕੋਵਿਡ ਉਹ ਹਲੇ ਪੋਸਟਪੋਨ ਹੋਈ ਹੈ। ਤੁਸੀਂ ਇਹ ਵੀ ਯਾਦ ਰੱਖਿਓ, ਭਾਰਤ ਵਿੱਚ ਜਨਗਣਨਾ ਹਰ ਕਿੰਨੇ ਸਾਲਾਂ ਮਗਰੋਂ ਹੁੰਦੀ ਹੈ? 10 ਸਾਲਾਂ ਮਗਰੋਂ ਹੁੰਦੀ ਹੈ। ਸੋ ਭਾਰਤ ਬਾਰੇ ਹਲਕੀ ਫੁਲਕੀ ਜਾਣਕਾਰੀ ਦਿੱਤੀ ਗਈ ਹੈ। ਉੱਤਰ ਦਿਸ਼ਾ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਨੇ, ਉੱਚੇ ਉੱਚੇ ਪਹਾੜ ਨੇ ਜੋ ਇਸ ਨੂੰ ਏਸ਼ੀਆ ਤੋਂ ਵੱਖਰਾ ਕਰਦੇ ਨੇ। ਇੱਕ ਦੀਵਾਰ ਦੀ ਤਰ੍ਹਾਂ ਹਿਮਾਲਿਆ ਪਰਬਤ ਕੰਮ ਕਰਦਾ ਹੈ। ਗੰਗਾ ਬ੍ਰਹਮਪੁੱਤਰ ਦੇ ਵਿਸ਼ਾਲ ਮੈਦਾਨ, ਗੰਗਾ ਦਰਿਆ ਵਹਿੰਦਾ ਹੈ ਭਾਰਤ ਦੇ ਮੱਧ ਵਿੱਚ ਦੀ ਹੋ ਕੇ ਗੁਜ਼ਰਦਾ ਹੈ। ਬ੍ਰਹਮਪੁੱਤਰ ਦਰਿਆ ਦੇ ਵਿਸ਼ਾਲ ਮੈਦਾਨ ਨੇ ਜਿੱਥੇ ਬਹੁਤ ਵਧੀਆ ਫਸਲਾਂ, ਬਹੁਤ ਵਧੀਆ ਅਨਾਜ ਹੁੰਦਾ, ਭੰਡਾਰ ਹੈ ਅਨਾਜ ਦਾ। ਉੱਥੇ ਸਾਡੇ ਜਿਹੜੇ ਦੱਖਣ ਦੇ ਪਲੇਟੂਜ਼ ਨੇ, ਪਠਾਰ ਨੇ, ਉਹ ਉੱਥੇ ਕੁਦਰਤੀ ਖਣਿਜ ਪਦਾਰਥਾਂ ਨਾਲ ਭਰਪੂਰ ਨੇ। ਕੋਲਾ, ਕੱਚਾ ਲੋਹਾ, ਇਸ ਤਰ੍ਹਾਂ ਦੇ ਕਈ ਖਣਿਜ ਪਦਾਰਥ ਸਾਡੇ ਇਸ ਪਠਾਰਾਂ ਦੇ ਵਿੱਚ ਪਾਏ ਜਾਂਦੇ ਨੇ। ਸੰਸਾਰ ਦੀਆਂ ਵੱਡੀਆਂ ਨਦੀਆਂ, ਝੀਲਾਂ ਅਤੇ 3 ਪਾਸਿਓਂ ਸਮੁੰਦਰ ਭਾਰਤ ਨੂੰ ਉਪ ਮਹਾਦੀਪ ਦਾ ਦਰਜਾ ਦਿੰਦੇ ਨੇ। ਭਾਰਤ ਦੇ ਵਿੱਚ ਬੇਟਾ ਪੂਰਬ ਦੇ ਵਿੱਚ, ਪੂਰਬ ਵਾਲੀ ਪਾਸੇ ਜੇ ਆਪਾਂ ਗੱਲ ਚੱਲੀਏ, ਪੂਰਬ ਦੱਖਣ ਦੇ ਵਿੱਚ ਖਾੜੀ ਬੰਗਾਲ ਹੈ। ਪੱਛਮ ਦੱਖਣ ਦੇ ਵਿੱਚ ਸਾਡੇ ਕੋਲੇ, ਦੱਖਣੀ ਪੱਛਮ ਦੇ ਵਿੱਚ ਸਾਡੇ ਕੋਲੇ ਆ ਗਿਆ ਅਰਬ ਸਾਗਰ ਆ ਗਿਆ। ਬਿਲਕੁਲ ਦੱਖਣ ਦੇ ਵਿੱਚ ਸਾਡੇ ਕੋਲ ਹਿੰਦ ਮਹਾਸਾਗਰ ਆ ਗਿਆ। ਉੱਤਰ ਦੇ ਵਿੱਚ ਅਸੀਂ ਦੇਖਿਆ ਸੀ ਹਿਮਾਲਿਆ ਪਰਬਤ ਹੈ। ਸੋ ਇਸ ਤਰ੍ਹਾਂ ਭਾਰਤ ਚਾਰੇ ਪਾਸਿਓਂ ਕਵਰਡ ਹੋਣ ਕਰਕੇ ਇਸ ਨੂੰ ਬੇਟਾ ਸੰਸਾਰ ਦੇ ਵਿੱਚ ਉਪ ਮਹਾਦੀਪ ਦਾ ਦਰਜਾ ਵੀ ਦਿੱਤਾ ਗਿਆ ਹੈ। ਸੋ ਇਹ ਭਾਰਤ ਬਾਰੇ ਮੁੱਢਲੀ ਜਾਣਕਾਰੀ ਸੀ। ਆਪਾਂ ਅੱਗੇ ਚੱਲਦੇ ਹਾਂ। ਭਾਰਤ ਏਸ਼ੀਆ ਦੇ ਦੱਖਣ ਵਿੱਚ ਫੈਲਿਆ ਵਿਸ਼ਾਲ ਦੇਸ਼ ਹੈ। ਅਸੀਂ ਏਸ਼ੀਆ ਮਹਾਦੀਪ ਦੇ ਵਿੱਚ ਰਹਿੰਦੇ ਹਾਂ। ਦੁਨੀਆ ਦੇ 7 ਮਹਾਦੀਪਾਂ ਦੇ ਵਿੱਚੋਂ ਏਸ਼ੀਆ ਮਹਾਦੀਪ ਸਭ ਤੋਂ ਵੱਡਾ ਮਹਾਦੀਪ ਹੈ, ਜਿਹਦੇ ਵਿੱਚ ਭਾਰਤ ਦੱਖਣੀ ਦਿਸ਼ਾ ਦੇ ਵਿੱਚ ਫੈਲਿਆ ਹੋਇਆ ਇੱਕ ਬਹੁਤ ਵੱਡਾ ਦੇਸ਼ ਹੈ। ਇਸੇ ਕਰਕੇ ਇਸ ਨੂੰ ਦੱਖਣੀ ਏਸ਼ੀਆ ਵੀ ਆਖਿਆ ਜਾਂਦਾ ਹੈ। ਏਸ਼ੀਆ ਦੇ ਦੱਖਣ ਦੇ ਵਿੱਚ ਹੈ, ਇਸ ਨੂੰ ਦੱਖਣੀ ਏਸ਼ੀਆ ਦਾ, ਕਿਉਂਕਿ ਇੱਕ ਬਹੁਤ ਵੱਡਾ ਕੰਟਰੀ ਹੈ, ਇਸ ਕਰਕੇ ਬੇਟਾ ਇਸ ਨੂੰ ਦੱਖਣੀ ਏਸ਼ੀਆ ਵੀ ਆਖਿਆ ਜਾਂਦਾ ਹੈ। ਸੰਸਾਰ ਵਿੱਚ ਇਸ ਨੂੰ ਪੂਰਬੀ ਦੇਸ਼ ਵੀ ਕਿਹਾ ਜਾਂਦਾ ਹੈ। ਜੇ ਆਪਣਾ ਵਰਲਡ ਮੈਪ ਦੇ ਉੱਪਰ ਜਾ ਕੇ ਦੇਖੀਏ, ਜੇ ਆਪ ਸਾਰਾ ਵਰਲਡ ਮੈਪ ਹੈ ਤਾਂ ਇਹਦੇ ਵਿੱਚ ਜੇ ਆਪਾਂ ਸੈਂਟਰ ਤੋਂ ਦਿਸ਼ਾਵਾਂ ਬਣਾਉਣੀਆਂ ਸ਼ੁਰੂ ਕਰ ਦਈਏ ਤਾਂ ਇਹ ਕਿੱਧਰਲੀ ਦਿਸ਼ਾ ਦੇ ਵਿੱਚ ਆਉਂਦਾ? ਪੂਰਬ ਦੇ ਵਿੱਚ। ਆਹ ਪੱਛਮੀ ਦੇਸ਼ ਨੇ ਜਿਹਨੂੰ ਆਪਾਂ ਵੈਸਟਰਨ ਕੰਟਰੀਜ਼ ਬੋਲਦੇ ਹਾਂ, ਇਸ ਕਰਕੇ ਆਹ ਈਸਟਰਨ ਕੰਟਰੀਜ਼ ਦੇ ਵਿੱਚ ਆ ਗਿਆ। ਸੋ ਇਹ ਪੂਰਬੀ ਦੇਸ਼ ਮੰਨਿਆ ਜਾਂਦਾ ਹੈ। ਵਰਲਡ ਦੀ ਗੱਲ ਕਰੀਏ, ਆਹ ਸਾਡੇ ਕੋਲੇ ਦੇਖੋ, ਆਹ ਵਾਲਾ ਜਿਹੜਾ ਹੈ ਇਹ ਏਸ਼ੀਆ ਮਹਾਦੀਪ ਹੈ। ਇਹ ਏਸ਼ੀਆ ਮਹਾਦੀਪ ਦੇ ਵਿੱਚ ਦੱਖਣੀ ਸਥਿਤੀ ਹੈ ਇਹਦੀ, ਏਸ਼ੀਆ ਮਹਾਦੀਪ ਦੇ ਵਿੱਚ। ਸੰਸਾਰ ਦੇ ਵਿੱਚ ਇਸ ਨੂੰ ਈਸਟਰਨ ਕੰਟਰੀ ਜਾਂ ਪੂਰਬੀ ਕੰਟਰੀ ਵੀ ਉਹ ਆਖਿਆ ਜਾਂਦਾ ਹੈ। ਵਰਲਡ ਮੈਪ ਦੇ ਵਿੱਚ ਤੁਸੀਂ ਭਰਨਾ ਹੋਵੇ ਤਾਂ ਤੁਸੀਂ ਇਸ ਥਾਂ ਦੇ ਉੱਤੇ ਭਾਰਤ ਭਰੋਗੇ। ਆ ਰੈੱਡ ਕਲਰ ਨਾਲ ਤੁਹਾਡੇ ਕੋਲੇ ਭਾਰਤ ਦਾ ਮੈਪ ਦਿਖਾਇਆ ਗਿਆ ਹੈ। ਸੋ ਇਸੇ ਤਰ੍ਹਾਂ ਆ ਵਰਲਡ ਦੇ ਸਾਰੇ ਗਲੋਬ ਦੇ ਉੱਪਰ ਦਿਖਾਏ ਗਏ ਨੇ। ਇੱਧਰ ਨਾਰਥ ਅਮਰੀਕਾ, ਉਹਦੇ ਨੀਚੇ ਸਾਊਥ ਅਮਰੀਕਾ, ਫਿਰ ਅਫਰੀਕਾ, ਉਹਦੇ ਉੱਪਰ ਯੂਰਪ, ਏਸ਼ੀਆ ਦੇ ਵਿੱਚ ਭਾਰਤ ਯੈਲੋ ਕਲਰ ਨਾਲ ਦਿਖਾਇਆ ਗਿਆ। ਇੱਧਰਲੇ ਪਾਸੇ ਸਾਡੇ ਕੋਲੇ ਆਸਟ੍ਰੇਲੀਆ ਆ ਗਿਆ, ਨੀਚੇ ਅਟਲਾਂਟਿਕਾ ਆ ਗਿਆ, ਉੱਪਰ ਆਰਟਿਕ ਆ ਗਿਆ। ਸੋ ਇਹ ਵਰਲਡ ਗਲੋਬ ਦਿਖਾਇਆ ਗਿਆ ਜਿਹਦੇ ਸਾਰੇ ਦੇ ਸਾਰੇ ਮਹਾਦੀਪ ਤੁਹਾਨੂੰ ਦਰਸਾਏ ਗਏ ਹਨ।
ਸੋ ਹੁਣ ਗੱਲ ਆਉਂਦੀ ਹੈ ਭਾਰਤ ਦਾ ਆਧੁਨਿਕ ਨਾਮ ਇੰਡੀਆ। ਬਸ ਆਪਾਂ ਨੂੰ ਇੰਡੀਆ ਬੋਲਦੇ ਆ ਨਾ, ਵੀ ਇੰਡੀਆ ਕਿਵੇਂ ਪਿਆ ਬੇਟਾ। ਭਾਰਤ ਦਾ ਆਧੁਨਿਕ ਨਾਮ ਇੰਡੀਆ ਇੰਡਸ ਰਿਵਰ, ਜਿਹਨੂੰ ਆਪਾਂ ਸਿੰਧ ਦਰਿਆ ਬੋਲਦੇ ਹਾਂ, ਸਿੰਧ ਨਦੀ ਬੋਲਦੇ ਹਾਂ, ਉਸ ਦੇ ਨਾਂ ਦੇ ਉੱਤੇ ਇਸ ਦਾ ਨਾਮ ਇੰਡਸ ਤੋਂ ਲੈ ਕੇ ਇੰਡੀਆ ਬਣਿਆ। ਇਸ ਨੂੰ ਭਾਰਤ ਵਰਸ਼ ਵੀ ਕਿਹਾ ਜਾਂਦਾ ਹੈ, ਇਸ ਨੂੰ ਆਰਿਆਵਰਤ ਵੀ ਕਿਹਾ ਜਾਂਦਾ ਸੀ। ਅੱਡ ਅੱਡ ਸਮਿਆਂ ਦੇ ਵਿੱਚ ਬੇਟਾ ਵੱਖ-ਵੱਖ ਕਾਲਾਂ ਦੇ ਵਿੱਚ ਭਾਰਤ ਦੇ ਵੱਖ-ਵੱਖ ਨਾਮ ਸੀ। ਆਪਾਂ ਹਿਸਟਰੀ ਦੇ ਪਹਿਲੇ ਚੈਪਟਰ ਦੇ ਵਿੱਚ ਜਾ ਕੇ ਪੜ੍ਹਾਂਗੇ, ਜਿੱਥੇ ਪੰਜਾਬ ਦੇ ਨਾਮ ਪੜ੍ਹਾਂਗੇ ਉੱਥੇ ਭਾਰਤ ਦੇ ਵੀ ਵੱਖ-ਵੱਖ ਨਾਮ ਪੜ੍ਹਾਂਗੇ। ਸੋ ਆਧੁਨਿਕ ਨਾਮ ਜਿਹੜਾ ਇੰਡੀਆ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ, ਤੁਹਾਡਾ ਫਾਈਨਲ ਐਗਜ਼ਾਮ ਵਾਸਤੇ ਵੀ ਹੁੰਦਾ ਹੈ ਤੇ NTSC ਵਾਸਤੇ ਵੀ। ਭਾਰਤ ਦਾ ਆਧੁਨਿਕ ਨਾਮ ਇੰਡੀਆ ਕਿਸ ਵਿਚਾਰਧਾਰਾ ਤੇ ਕਿੱਥੋਂ ਪਿਆ? ਉਹ ਹੈ ਜੀ ਇੰਡਸ ਰਿਵਰ ਤੋਂ ਪਿਆ। ਆਹ ਹੈ ਸਾਡੇ ਕੋਲੇ ਬਲੂ ਕਲਰ ਦੀ ਰਾਈਟ ਆਹ ਚੱਲ ਰਹੀ ਹੈ ਇੰਡਸ ਰਿਵਰ। ਇਹ ਭਾਰਤ ਦੇ ਲੇਹ ਲਦਾਖ ਤੇ ਹਲਕਾ ਜਿਹਾ ਉੱਪਰ ਜੰਮੂ ਕਸ਼ਮੀਰ ਵਿੱਚ ਦੀ ਹੁੰਦੀ ਹੋਈ ਪਾਕਿਸਤਾਨ ਦੇ ਵਿੱਚ ਚਲੀ ਜਾਂਦੀ ਹੈ। ਪਾਕਿਸਤਾਨ ਵਿੱਚ ਹੁੰਦੀ ਹੋਏ ਇਹ ਬੇਟਾ ਅਰੇਬੀਅਨ ਸੀ ਭਾਵ ਅਰਬ ਸਾਗਰ ਦੇ ਵਿੱਚ ਗਿਰਦੀ ਹੈ। ਇਸ ਤੋਂ ਪੁਰਾਤਨ ਸਮੇਂ ਦੇ ਵਿੱਚ ਇਸ ਰਿਵਰ ਤੋਂ ਭਾਰਤ ਦਾ ਨਾਮ ਇੰਡੀਆ ਪਿਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੀ ਸਥਿਤੀ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਗਲੋਬ ਦੇ ਉੱਪਰ ਨਕਸ਼ੇ ਦੇ ਉੱਤੇ ਭਾਰਤ ਦੀ ਕੀ ਸਥਿਤੀ ਹੈ, ਕਿੱਥੇ ਭਾਰਤ ਸਥਿਤ ਕਰਦਾ ਹੈ। ਕਹਿੰਦਾ ਭਾਰਤ ਭੂਮੱਧ ਰੇਖਾ ਜਿਹੜੀ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ, ਉਸ ਤੋਂ 8 ਡਿਗਰੀ 4 ਮਿੰਟ ਤੋਂ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼ਾਂ ਵਿੱਚ ਫੈਲਿਆ ਹੈ। ਦੇਖੋ ਬੇਟਾ ਆ ਰਿਹਾ 8 ਡਿਗਰੀ 4 ਮਿੰਟ ਉੱਤਰ ਤੋਂ ਜਾਂਦੇ ਹੋਏ ਆ ਜਾ ਰਹੇ ਹਾਂ ਆਪਾਂ ਉੱਪਰ 37 ਡਿਗਰੀ 6 ਮਿੰਟ ਉੱਤਰ ਤੱਕ ਫੈਲਿਆ ਹੋਇਆ ਹੈ। ਐਡਾ ਵਿਸ਼ਾਲ ਦੇਸ਼ ਹੈ ਇਹ, ਭੂਮੱਧ ਰੇਖਾ ਤੋਂ ਉੱਪਰ ਭਾਵ ਉੱਤਰੀ ਗੋਲਾਰਧ ਦੇ ਵਿੱਚ ਸਥਿਤ ਹੈ। ਇਹ ਵੀ ਯਾਦ ਰੱਖਣਾ ਹੈ ਭਾਰਤ ਕਿੱਥੇ ਹੈ ਜੀ, ਉੱਤਰੀ ਗੋਲਾਰਧ ਦੇ ਵਿੱਚ ਸਥਿਤ ਹੈ। 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼ਾਂ ਦੇ ਵਿੱਚ ਫੈਲਿਆ ਹੋਇਆ ਹੈ। ਇਹਦਾ ਭਾਰਤ ਉੱਪਰ ਅਕਸ਼ਾਂਸ਼ਾਂ ਦੇ ਉੱਤੇ ਸਥਿਤੀ ਆ ਗਈ। ਦਿਸ਼ਾਂਤਰ ਜਿਹਦੇ ਨਾਲ ਸਮਾਂ ਚੱਲਦਾ ਹੈ ਉਹ ਕਹਿੰਦਾ 68 ਡਿਗਰੀ 7 ਮਿੰਟ 68 ਡਿਗਰੀ 7 ਮਿੰਟ ਪੂਰਬ, ਇਹ ਪੂਰਬ ਵਾਲੇ ਪਾਸੇ ਨੂੰ ਜਾ ਰਹੇ ਹਾਂ ਆਪਾਂ। ਇਹ ਰਿਹਾ 97 ਡਿਗਰੀ 25 ਮਿੰਟ ਪੂਰਬ ਦਿਸ਼ਾਂਤਰ ਵਿੱਚ ਫੈਲਿਆ ਹੋਇਆ ਬੇਟਾ। ਇਹ ਦਿਸ਼ਾਂਤਰ ਲਗਭਗ 30 ਦਿਸ਼ਾਂਤਰ ਦੇ ਵਿੱਚ ਫੈਲਿਆ ਹੋਇਆ ਹੈ। ਇੱਕ ਦਿਸ਼ਾਂਤਰ ਦੇ ਵਿੱਚ ਸਾਨੂੰ ਪਤਾ ਵੀ 4 ਮਿੰਟ ਦਾ ਸਮਾਂ ਲੱਗਦਾ ਹੈ ਸੂਰਜ ਦੇ ਸਾਹਮਣੇ ਪ੍ਰਿਥਵੀ ਨੂੰ ਕਵਰ ਕਰਨ ਲੱਗੇ। ਸੋ ਇਸੇ ਕਰਕੇ ਸਾਡੇ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਜੇ ਆਪਾਂ ਗੁਜਰਾਤ ਦੀ ਗੱਲ ਕਰੀਏ 2 ਘੰਟੇ ਦੇ ਸਮੇਂ ਦਾ ਫਰਕ ਪੈ ਜਾਂਦਾ ਹੈ, ਲਗਭਗ 2 ਘੰਟੇ ਪਿੱਛੇ ਹੁੰਦਾ ਹੈ ਸਮਾਂ ਮੌਸਮ ਦੇ ਦਿਨ ਦੇ ਅਕੋਰਡਿੰਗਲੀ। ਠੀਕ ਹੈ, ਸੋ ਇਹ ਹੈ ਭਾਰਤ ਦੀ ਸਥਿਤੀ, ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਜੇ ਆਪਾਂ ਉੱਤਰੀ ਅਕਸ਼ਾਂਸ਼ਾਂ ਦੀ ਗੱਲ ਕਰੀਏ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼ ਦੇ ਦਿਸ਼ਾਂਤਰਾਂ ਦੀ ਗੱਲ ਕਰੀਏ 68 ਡਿਗਰੀ 7 ਮਿੰਟ ਪੂਰਬ ਤੋਂ ਲੈ ਕੇ 97 ਡਿਗਰੀ 25 ਮਿੰਟ ਪੂਰਬੀ ਦਿਸ਼ਾਂਤਰਾਂ ਦੇ ਵਿੱਚ ਇਹ ਭਾਰਤ ਫੈਲਿਆ ਹੋਇਆ ਹੈ। ਇਹ ਤੁਹਾਨੂੰ ਪਿਕਚਰ ਦੇ ਵਿੱਚ ਬੜੇ ਕਲੀਅਰ ਦਿਖਾਇਆ ਦਿੱਤਾ ਗਿਆ ਹੈ। ਜੇ ਆਪਾਂ ਇਹਨੂੰ ਹੁਣ ਆਪਾਂ ਪ੍ਰਦੇਸ਼ਾਂ ਦੇ ਅਕੋਰਡਿੰਗਲੀ ਕਿਲੋਮੀਟਰਾਂ ਦੇ ਦੇਖੀਏ ਵੀ ਪੂਰਬ ਤੋਂ ਲੈ ਕੇ ਪੱਛਮ ਤੱਕ ਕਿੰਨਾ ਹੈ, ਉੱਤਰ ਤੋਂ ਲੈ ਕੇ ਦੱਖਣ ਤੱਕ ਕਿੰਨਾ ਹੈ, ਇਹਦੀ ਆਪਾਂ ਜੇ ਗੱਲ ਕਰੀਏ ਤਾਂ ਸਾਡੇ ਕੋਲੇ ਸਭ ਤੋਂ ਪਹਿਲਾਂ ਆਉਂਦਾ ਹੈ ਉੱਤਰ ਤੋਂ ਲੈ ਕੇ ਦੱਖਣ ਤੱਕ। ਆਹ ਸਾਡੇ ਕੋਲੇ ਉੱਤਰ ਦਿਸ਼ਾ ਹੈ, ਆਹ ਨੀਚੇ ਸਾਡੇ ਕੋਲੇ ਦੱਖਣ ਦਿਸ਼ਾ ਹੈ। ਉੱਪਰ ਦਫਦਾਰ ਦਿਖਾਇਆ ਗਿਆ ਹੈ ਭਾਰਤ ਦਾ ਅਖੀਰਲਾ ਪੁਆਇੰਟ, ਨੀਚੇ ਅਸੀਂ ਦਿਖਾਇਆ ਗਿਆ ਹੈ ਕੰਨਿਆ ਕੁਮਾਰੀ। ਸੋ ਕਹਿੰਦਾ ਦਫਦਾਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੀ ਦੂਰੀ 3214 ਕਿਲੋਮੀਟਰ ਹੈ। ਭਾਵ ਜੇ ਆਪਾਂ ਗੱਲ ਕਰੀਏ ਵੀ ਉੱਤਰ ਤੋਂ ਲੈ ਕੇ ਦੱਖਣੀ ਸਿਰੇ ਤੱਕ ਭਾਰਤ ਦਾ ਕਿੰਨੀ ਲੰਬਾਈ ਹੈ, 3214 ਕਿਲੋਮੀਟਰ ਲੰਬਾਈ ਹੈ ਬੇਟਾ ਜੀ। ਆ ਤੁਹਾਡੇ ਸਾਹਮਣੇ ਹਲਕੀ ਜੀ ਰੈੱਡ ਲਾਈਨ ਆਈ ਹੈ, ਆ ਲਿਖਿਆ ਹੋਇਆ 3214 ਕਿਲੋਮੀਟਰ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੀ ਲੰਬਾਈ ਕਿੰਨੀ ਹੈ ਜੀ, 3214 ਕਿਲੋਮੀਟਰ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਿਓ ਇਹਨੂੰ। ਆਪਾਂ ਬੋਲਦੇ ਹਾਂ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਲੰਬਾਈ ਕਿੰਨੀ ਹੈ। ਹੁਣ ਆਪਾਂ ਕਰੀਏ ਪੂਰਬ ਤੋਂ ਪੱਛਮ ਤੱਕ ਦੀ ਗੱਲ ਕਰੀਏ, ਜਾਂ ਬੇਟਾ ਪੂਰਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿਬਤੂ ਨਾਮਕ ਤੋਂ ਲੈ ਕੇ ਗੁਹਾਰ ਮੋਤੀ ਕੱਛ ਦੇ ਵਿੱਚ ਜਿਹੜਾ ਲਾਸਟ ਪੁਆਇੰਟ ਹੈ ਭਾਰਤ ਦਾ, ਉੱਥੋਂ ਤੱਕ ਦੀ ਲੰਬਾਈ ਹੈ 2933 ਕਿਲੋਮੀਟਰ। ਇਹਨੂੰ ਆਪਾਂ ਬੋਲ ਦਿੰਦੇ ਹਾਂ 2933 ਕਿਲੋਮੀਟਰ। ਇਹਨੂੰ ਆਪਾਂ ਬੋਲਦੇ ਹਾਂ ਪੂਰਬ ਤੋਂ ਲੈ ਕੇ ਪੂਰਬ ਤੋਂ ਲੈ ਕੇ ਪੱਛਮੀ ਸਿਰੇ ਤੱਕ ਭਾਰਤ ਦੀ ਲੰਬਾਈ ਕਿੰਨੀ ਹੈ ਜੀ, 2933 ਕਿਲੋਮੀਟਰ। ਦੋਨੇ ਹੀ ਕੁਐਸਚਨ ਬਹੁਤ ਇੰਪੋਰਟੈਂਟ ਨੇ, ਤੁਸੀਂ ਧਿਆਨ ਨਾਲ ਮੈਪ ਤੋਂ ਦੇਖੋ ਤੇ ਇਹਨਾਂ ਨੂੰ ਯਾਦ ਕਰੋ। ਕਸ਼ਮੀਰ ਤੋਂ ਕੰਨਿਆ ਕੁਮਾਰੀ ਭਾਵ ਉੱਤਰ ਤੋਂ ਲੈ ਕੇ ਦੱਖਣ ਦੀ ਲੰਬਾਈ 3214 ਕਿਲੋਮੀਟਰ। ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਭਾਵ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ ਲੰਬਾਈ ਹੈਗੀ ਹੈ ਜੀ 2933 ਕਿਲੋਮੀਟਰ। ਇਹ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਕੁਐਸਚਨਸ ਨੇ। ਹੁਣ ਤੁਹਾਡੇ ਸਾਹਮਣੇ ਭਾਰਤ ਦਾ ਮੈਪ ਆ ਗਿਆ, ਵਿਚਾਲੇ ਇੱਕ ਤੁਹਾਨੂੰ ਹਲਕੀ ਜੀ ਟ੍ਰਾਇੰਗਲ ਬਣੀ ਦਿਖਾਈ ਦੇ ਰਹੀ ਹੈ। ਤਾਂ ਜੇ ਆਪਾਂ ਹਲਕਾ ਜਿਹਨੂੰ ਦੇਖੀਏ ਤਾਂ ਭਾਰਤ ਦਾ ਆਹ ਦੇਖੋ, ਆਹ ਸਿਰੇ ਤੋਂ ਲੈ ਕੇ ਜੇ ਆਪਾਂ ਉਰੋਂ ਨੀਚੇ ਚੱਲੀਏ ਇੱਧਰੋਂ ਇਹਨੂੰ ਇਹਦੇ ਨਾਲ ਆਏ ਮਿਲਾ ਦਈਏ ਤਾਂ ਇੱਕ ਤ੍ਰਿਭੁਜਾਕਾਰ ਬਣ ਜਾਂਦਾ ਹੈ। ਭਾਰਤ ਦਾ ਸ਼ਕਲ ਕਿਹੋ ਜਿਹੀ ਹੈ ਬੇਟਾ ਜੀ, ਇਹਨੂੰ ਆਪਾਂ ਤ੍ਰਿਭੁਜ ਬੋਲਦੇ ਹਾਂ, ਤੁਹਾਡੇ ਮੈਥ ਦੇ ਵਿੱਚ ਆਉਂਦਾ ਤ੍ਰਿਭੁਜ। ਭਾਰਤ ਦਾ ਆਕਾਰ ਤਿਕੋਣਾ ਹੈ। ਆ ਦੇਖੋ, ਆ ਤਿਕੋਣ ਬਣਦਾ ਨਾ ਆਲਮੋਸਟ, ਸੋ ਉਹਨੂੰ ਤਿਕੋਣਾ ਆਕਾਰ ਬੋਲਿਆ ਜਾਂਦਾ ਹੈ।
ਹੁਣ ਇਹਦਾ ਖੇਤਰਫਲ ਯਾਦ ਰੱਖਣਾ ਤੁਸੀਂ 32,87,263 ਵਰਗ ਕਿਲੋਮੀਟਰ ਹੈ। 32,87,263 ਵਰਗ ਕਿਲੋਮੀਟਰ ਭਾਰਤ ਦਾ ਕੁੱਲ ਖੇਤਰਫਲ ਹੈ। बहुत ही इंपॉर्टेंट क्वेश्चन है। दोनों लाइना है, आकार किस तरह का है, तिकोना है, खेत्रफल कितना है 32,87,263 वर्ग किलोमीटर भारत का खेत्रफल है। ओके, बहुत इंपॉर्टेंट क्वेश्चन ने बेटा ये। हुण तुहाडे कोले सामने वर्ल्ड मैप आ गया। वर्ल्ड के टॉप जिहड़े 10 कंट्रीज सी एरिया के अकॉर्डिंगली उन्हां दी पिक्चर दिखाई गई है। वर्ल्ड के सब तो वड्डा कंट्री किहड़ा है, रशिया है। दूसरे नंबर पर कैनेडा आउंदा है, फिर चाइना ते USA आ जाते हैं। 5वें नंबर पर ब्राज़ील आ जाता है। 6वें नंबर पर साडे कोले आस्ट्रेलिया है। तो साडा भारत खेत्रफल की दृष्टि तो संसार दे विच 7वां वड्डा देश है, 7वें नंबर पर आउंदा है। ये प्रश्न बहुत बार आऊगा, तुसीं इहनूं समझ लो, याद कर लो, बड़ा ईजी है भी किनवें नंबर पर खेत्रफल की दृष्टि तो 7वें नंबर पर साडा भारत आउंदा है। तो जे जनसंख्या की गल करिए, जनसंख्या ते साडा संसार दे विच दूसरा स्थान है। पहले नंबर पर साडा गवांढी देश चीन है। सो दो प्रश्न बार बार रिपीट होणगे। ये तुहाडे ते डिपेंड करदा तुसीं इन्हां नूं किन्नी ईजीली याद करदे हो, समझ लैंदे हो, तां ये ना भुल्लोगे तो ज़्यादा बैटर है। सो तुहाडे सामने मैप दे विच एक रैड कलर की लाइन भारत के मध्य विच दी गुजरदी है। जिस तरह भूमध्य रेखा धरती के दो बराबर हिस्से कटदी है, उपरले हिस्से नूं असीं उत्तरी गोलार्ध बोलते हैं, दक्षिणी हिस्से नूं दक्षिणी गोलार्ध बोलते हैं। उस तरह भारत के मध्य विच दी लगभग एक रेखा गुजरदी है, लगभग मध्य विच दी रेखा गुजरदी है, जिस नूं असीं कर्क रेखा बोलते हैं। ये रैड कलर की कर्क रेखा भारत के मध्य विच दी गुजरदी है, इस नूं कर्क रेखा बोलिया जाता है। ये भारत के बेटा 8 राज्यां विच दी होकर निकलती है। उन्हां दे नाम तुसीं याद रखने ने, बड़ा इंपॉर्टेंट है। NTSC दे विच प्रश्न आउंदा हुंदा हेठ लिखियां विचों किहड़े राज विच दी कर्क रेखा नहीं गुजरदी तो तुहानूं ये पता होना चाहिए भी कित्थों कित्थों की गुजरती है। आपां उहदे बारे गल करते हैं। सब तो पहला तुहाडे सामने आ गया गुजरात विच दी गुजर रही है। गुजरात के उपर ब्लैक कलर च लिखा हुआ है। राजस्थान के हल्का जिहा टच करती हुई राजस्थान नूं गुजरती है। फिर बेटा आ गया मध्य प्रदेश की राजधानी भोपाल विच दी गुजरती है। मध्य प्रदेश तो अगे साडे कोले आ गया छत्तीसगढ़ तो मगरों झारखंड की राजधानी रांची विच दी भी ये गुजरती है। रांची झारखंड तो मगरों जाके साडे कोले आ गया वेस्ट बंगाल, पश्चिमी बंगाल तो मगरों आ गया साडे कोले त्रिपुरा तो मगरों आ गया मिजोरम। सो गुजरात, राजस्थान, मध्य प्रदेश, छत्तीसगढ़, झारखंड, पश्चिमी बंगाल, त्रिपुरा, मिजोरम, ये 8 स्टेट्स ने जिन्हां दे विच दी कर्क रेखा होके गुजरदी है। सो भारत के बिल्कुल मध्य विच दी गुजरन वाली रेखा नूं आखदे हां, की आखदे हां जी, कर्क रेखा। वेरी गुड। चलो आप अगे देखते हैं। लो जी, ये भारत की भूगोलिक स्थिति है। भारत का मैप थोड़े सामने दिखाया गया है। वक्-वक् एरिया लिखे गए हैं। दिशावां की जो आप गल करिए, उपरले पासे नॉर्थ होंदी है, उत्तर होंदा है। उत्तर दे विच बेटा विशाल हिमालय पर्वत आप करके आए सी ना, उत्तर दे विच विशाल हिमालय पर्वत लड़ी है जिहड़ी इस नूं एशिया तो वक् करदी है, एक दीवार की तरह काम करदी है। आ रहा तुहाडे कोले विशाल हिमालय पर्वत, उत्तर दे विच आ गया विशाल हिमालय पर्वत। क्लीयर। उस तो मगरों आ सारा एरिया पंजाब, हरियाणा, हिमाचल तो थोड़ा जिहा नीचे, फिर उत्तर प्रदेश, फिर मध्य प्रदेश का कुछ हिस्सा, इधरों राजस्थान का कुछ हिस्सा, इधरों बिहार, पश्चिमी बंगाल, झारखंड, ये सारे की आ गए बेटा जी उत्तर दे विशाल मैदान। ये की ने जी उत्तर दे विशाल मैदान, जिथे खेतीबाड़ी होंदी है, जिथों दी गंगा दरिया ने गुजरदा है, ये सारे ने उत्तर दे विशाल मैदान। फिर आ नीचे साडे कोले आ गया प्रायद्वीपीय पठार। मिडल दे विच सारा आ देखो, आ जिहड़ा हल्का हल्का लाइट या ब्राउन जा कलर तुहानूं दिखाई दे रहा है, ये सारे दा सारा की है जी प्रायद्वीपी पठार। ये पठार ने, प्लेटू ने भारत दे। सो खाड़ी बंगाल किते पासे वाले पासे है, पूर्व वाले पासे। सो इनू आप बोलते हैं पूर्वी घाट, जिथे तट दे मैदान लिखा बेटा ये सारा है उरों तो लैके आ जिथों कर्जर शुरू होया है, इनू सारे नूं असीं नीचे तक उरों तक इनू की बोलते हैं जी पूर्वी तट दे मैदान। आ गई पश्चिम दिशा, उरों कन्याकुमारी तो लैके आ सारा तट दे मैदान, जो आप गुजरात तक उरों तक पहुँच जाने हैं, महाराष्ट्र के उपर तक, इनू बोलते हैं पश्चिमी तट दे मैदान या पश्चिमी घाट इसनूं बोलिया जाता है। सो भारत के दक्षिण पश्चिम दे विच की है अरब सागर, आ सारा अरब सागर है जी। इधरले पासे दक्षिण पूर्व दे विच की है खाड़ी बंगाल है जी। बिल्कुल दक्षिण दे विच की है हिंद महासागर है जी। ये याद रखना है। हुण खाड़ी बंगाल दे विच आ टापू ने बेटा छोटे छोटे, ये भी भारत का हिस्सा ने। इन्हां नूं बोलदे हैं असीं अंडेमान निकोबार द्वीप समूह। ये ने अंडेमान निकोबार द्वीप समूह। इहदा आ वाला जिहड़ा सिरा है इहनूं बोलिया जांदा है भारत का बिल्कुल दक्षिणी सिरा। इहदा नाम है इंदिरा पॉइंट। इसका नाम है इंदिरा पॉइंट, जिथे कर्जर तुहानूं दिखाई दे रहा है, ये इंदिरा पॉइंट है। उस तरह अरब सागर के भी भारत के कुछ द्वीप समूह ने। आ छोटे छोटे द्वीप समूह तुहानूं जिथे कर्जर घूम रहा है, ये आले दुआले छोटे छोटे द्वीप समूह दिखाई देंदे ने। इन्हां नूं बोलदे ने लक्षद्वीप समूह। लक्षद्वीप समूह ये अरब सागर के ने।
ਇਹ ਵੀ ਭਾਰਤ ਦੇ ਹੀ ਹਿੱਸਾ ਹਨ। ਸੋ ਇਹ ਭਾਰਤ ਦੀ ਇੱਕ ਸਥਿਤੀ ਸੀ, ਹਲਕੀ ਜਿਹੀ ਜਾਣਕਾਰੀ ਸੀ। ਅੱਗੇ ਚੱਲਦੇ ਹਾਂ ਆਪਾਂ ਇਸੇ ਮੈਪ ਨੂੰ ਅੱਗੇ ਐਲੈਬੋਰੇਟ ਕਰਕੇ ਦੇਖਦੇ ਹਾਂ। ਭਾਰਤ ਦੇ ਗਵਾਂਢੀ ਦੇਸ਼ਾਂ ਬਾਰੇ ਆਪਾਂ ਜਾਣਕਾਰੀ ਹਾਸਿਲ ਕਰਾਂਗੇ। ਭਾਰਤ ਦਾ ਮੈਪ ਆ ਗਿਆ, ਗਵਾਂਢੀ ਦੇਸ਼ਾਂ ਬਾਰੇ ਜਾਣਕਾਰੀ ਮੁਕੰਮਲ ਰੂਪ ਵਿੱਚ ਲਿਖੀ ਗਈ ਹੈ। ਤੁਸੀਂ ਪੰਜਾਬੀ ਵਿੱਚ ਬੜੇ ਆਰਾਮ ਨਾਲ ਭਰ ਸਕਦੇ ਹੋ। ਦਿਸ਼ਾਵਾਂ ਵੀ ਦਿਖਾਈਆਂ ਗਈਆਂ ਹਨ, ਸਾਰੀਆਂ ਦਿਸ਼ਾਵਾਂ ਦਿਖਾਈਆਂ ਗਈਆਂ ਹਨ। ਸੋ ਤੁਹਾਡੇ ਸਾਹਮਣੇ ਆ ਰਿਹਾ ਭਾਰਤ ਦੇ ਗਵਾਂਢੀ ਦੇਸ਼। ਭਾਰਤ ਦੇ ਗਵਾਂਢੀ ਦੇਸ਼ ਅੱਡ ਅੱਡ ਕਲਰਫੁਲ ਤੁਹਾਨੂੰ ਦਿਖਾਏ ਗਏ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਫਗਾਨਿਸਤਾਨ ਦੀ। ਆ ਰਿਹਾ ਜੀ ਅਫਗਾਨਿਸਤਾਨ। ਅਫਗਾਨਿਸਤਾਨ ਦੇ ਨਾਲ ਹੀ ਸਾਡੇ ਕੋਲੇ ਅਫਗਾਨਿਸਤਾਨ ਦਾ ਨੋ ਡਾਊਟ ਥੋੜਾ ਛੋਟਾ ਜਿਹਾ ਬਾਰਡਰ ਲੱਗਦਾ ਹੈ। ਫਿਰ ਆ ਤੁਹਾਡੇ ਕੋਲੇ ਪਾਕਿਸਤਾਨ ਆ ਗਿਆ। ਫਿਰ ਇੱਧਰਲੇ ਪਾਸੇ ਉੱਤਰ ਪੂਰਬ ਦੇ ਵਿੱਚ ਤੁਹਾਡੇ ਕੋਲੇ ਆ ਗਿਆ ਜੀ ਚੀਨ ਆ ਗਿਆ, ਬਹੁਤ ਵੱਡਾ ਦੇਸ਼ ਹੈ ਗਵਾਂਢੀ ਦੇਸ਼ ਭਾਰਤ ਦਾ ਆਪਣਾ। ਇਸੇ ਦਿਸ਼ਾ ਦੇ ਵਿੱਚ ਸਾਡੇ ਕੋਲੇ ਆ ਗਿਆ ਨੇਪਾਲ। ਨੇਪਾਲ ਤੋਂ ਮਗਰੋਂ ਸਾਡੇ ਕੋਲੇ ਆ ਗਿਆ ਭੂਟਾਨ। ਫਿਰ ਅਸੀਂ ਘੁੰਮ ਕੇ ਨੀਚੇ ਆ ਜਾਂਦੇ ਹਾਂ ਸਮੁੰਦਰ ਵਾਲੇ ਪਾਸੇ ਦਾ ਸਾਡੇ ਕੋਲੇ ਆ ਗਿਆ ਬੰਗਲਾਦੇਸ਼। ਬੰਗਲਾਦੇਸ਼ ਦੇ ਨਾਲ ਹੀ ਸਾਡੇ ਕੋਲੇ ਆ ਗਿਆ ਮਿਆਂਮਾਰ। ਇਹ ਸਾਡੇ ਕੋਲੇ ਜਿਹੜੇ 1 2 3 4 5 6 7 ਜਿਹੜੇ ਰਾਜ ਨੇ, 7 ਜਿਹੜੇ ਦੇਸ਼ ਨੇ, ਉਹਨਾਂ ਦੀ ਸਾਡੇ ਨਾਲ ਜ਼ਮੀਨੀ ਸਰਹੱਦ ਲੱਗਦੀ ਹੈ। ਇਹ ਸਾਡੇ ਗਵਾਂਢੀ ਦੇਸ਼ ਨੇ। 8ਵਾਂ ਗਵਾਂਢੀ ਦੇਸ਼ ਹੈ ਟਾਪੂ ਦੇਸ਼, ਜਿਹਦੇ ਨਾਲ ਸਾਡੀ ਸਮੁੰਦਰੀ ਸਰਹੱਦ ਲੱਗਦੀ ਹੈ। ਉਹ ਆ ਗਿਆ ਸ਼੍ਰੀਲੰਕਾ, ਬਿਲਕੁਲ ਦੱਖਣ ਦੇ ਵਿੱਚ ਹਿੰਦ ਮਹਾਸਾਗਰ ਦੇ ਵਿੱਚ ਖਾੜੀ ਬੰਗਾਲ ਦੇ ਨਾਲ ਜੁੜਿਆ ਹੋਇਆ, ਘਿਰਿਆ ਹੋਇਆ। ਇਹ ਹੈ ਸਾਡੇ ਕੋਲੇ ਸ਼੍ਰੀਲੰਕਾ। ਸੋ ਇਹ 8 ਗਵਾਂਢੀ ਦੇਸ਼ ਨੇ, 7 ਗਵਾਂਢੀ ਦੇਸ਼, 8ਵਾਂ ਸਾਡੇ ਕੋਲੇ ਗਵਾਂਢੀ ਟਾਪੂ ਸਾਡੇ ਭਾਰਤ ਦਾ ਹੈ। ਹੁਣ ਜੇ ਆਪਾਂ ਗੱਲ ਕਰੀਏ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ ਬੰਗਲਾਦੇਸ਼ ਨਾਲ ਲੱਗਦੀ ਹੈ। ਇਸ ਦੀ ਲੰਬਾਈ 4096 ਕਿਲੋਮੀਟਰ ਹੈ। ਜੇ ਆ ਮੈਪ ਦੇਖੀਏ ਤੁਹਾਨੂੰ ਲੱਗੂਗਾ ਜੀ ਇਹ ਤਾਂ ਲੰਬਾਈ ਸਾਡੀ ਭਾਈ ਚੀਨ ਨਾਲ ਬਹੁਤ ਜ਼ਿਆਦਾ ਲੱਗਦੀ ਹੈ ਜਾਂ ਪਾਕਿਸਤਾਨ ਨਾਲ ਬਹੁਤ ਜ਼ਿਆਦਾ ਲੱਗਦੀ। ਨਹੀਂ ਬੇਟਾ, ਜੇ ਆਪਾਂ ਅੰਤਰਰਾਸ਼ਟਰੀ ਸਰਹੱਦ ਕਰੀਏ, ਬਾਰਡਰ ਦੀ ਗੱਲ ਕਰੀਏ, ਇੰਟਰਨੈਸ਼ਨਲ ਬਾਰਡਰ, ਉਹ ਸਭ ਤੋਂ ਜ਼ਿਆਦਾ ਬੰਗਲਾਦੇਸ਼ ਨਾਲ ਟੱਚ ਹੁੰਦਾ। ਆ ਰਿਹਾ ਬੰਗਲਾਦੇਸ਼, ਇਹ ਸਾਡਾ ਇੰਟਰਨੈਸ਼ਨਲ ਬਾਰਡਰ ਰੈੱਡ ਕਲਰ ਨਾਲ ਜਿਹੜਾ ਤੁਹਾਨੂੰ ਦਿਖਾਇਆ ਗਿਆ ਹੈ। ਇਹਦੀ ਲੰਬਾਈ ਹੈ 4096 ਕਿਲੋਮੀਟਰ। 4096 ਕਿਲੋਮੀਟਰ ਬੰਗਲਾਦੇਸ਼ ਨਾਲ ਲੱਗਦੀ ਹੈ। ਸਭ ਤੋਂ ਘੱਟ ਸਾਡੀ ਲੱਗਦੀ ਹੈ ਬੇਟਾ ਅਫਗਾਨਿਸਤਾਨ ਦੇ ਨਾਲ। ਆ ਰਿਹਾ ਅਫਗਾਨਿਸਤਾਨ ਨਾਲ POK, ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਆ ਜਾਂਦੀ ਹੈ ਇਹ ਬਾਰਡਰ। ਆ ਗ੍ਰੀਨ ਕਲਰ ਦਾ ਦਿਖ ਰਿਹਾ, ਉੱਥੇ ਵੀ ਰੈੱਡ ਕਲਰ ਦੀ, ਆਹ ਦੇਖੋ ਰੈੱਡ ਕਲਰ ਦਾ ਆ ਗਿਆ ਜਿਹੜਾ। ਇਹ ਹੈ 80 ਕਿਲੋਮੀਟਰ ਦੇ ਅਪਰੋਕਸੀਮੇਟਲੀ ਹੈ। ਸਭ ਤੋਂ ਘੱਟ ਅਫਗਾਨਿਸਤਾਨ ਨਾਲ, ਸਭ ਤੋਂ ਵੱਧ ਬੰਗਲਾਦੇਸ਼ ਨਾਲ। ਤੁਸੀਂ ਇਹ ਯਾਦ ਰੱਖਣਾ ਹੈ। ਸੋ ਇਹ ਵੱਖ-ਵੱਖ ਕੰਟਰੀ ਨਾਲ ਕਿੰਨਾ ਬਾਰਡਰ ਸਾਡਾ ਸਾਂਝਾ ਹੁੰਦਾ ਹੈ, ਇਹ ਤੁਹਾਡੀ ਕਿਤਾਬ ਦੇ ਵਿੱਚ ਵੀ ਬਣਿਆ ਵਾ ਸੀ। ਇਹ 'ਚੋਂ ਇੰਪੋਰਟੈਂਟ ਹੈ NTSC ਵਾਸਤੇ ਕੋਈ ਨਾ ਕੋਈ ਆ ਜਾਂਦਾ ਹੈ ਪੁਆਇੰਟ ਲਿਖਿਆ ਵਾ ਵੀ ਇਹਦੇ 'ਚੋਂ ਕਿਹੜੇ ਦੇਸ਼ ਨਾਲ ਕਿੰਨੇ ਕਿਲੋਮੀਟਰ ਲੱਗਦੀ ਹੈ, ਜਾਂ ਸਭ ਤੋਂ ਵੱਧ ਕਿਹਦੇ ਨਾਲ ਲੱਗਦੀ ਹੈ, ਸਭ ਤੋਂ ਘੱਟ ਕਿਸ ਨਾਲ ਲੱਗਦੀ ਹੈ। ਸੋ ਇਸ ਦੇ ਨਾਲ ਹੀ ਅੱਗੇ ਆਪਾਂ ਦੇਖਦੇ ਹਾਂ ਭਾਰਤ ਦੀ ਥਲਵਰਤੀ ਸੀਮਾ ਦੀ ਲੰਬਾਈ 15200 ਕਿਲੋਮੀਟਰ ਹੈ। ਥਲਵਰਤੀ ਭਾਵ ਜ਼ਮੀਨ ਦਾ ਬਾਰਡਰ ਹੈ ਜਿਹੜਾ। ਆਹ ਦੇਖੋ ਜੀ ਇੱਧਰ ਖੱਬੇ ਪਾਸੇ ਤੁਸੀਂ ਆਹ ਪੱਛਮ ਦਿਸ਼ਾ ਤੋਂ ਸ਼ੁਰੂ ਕਰ ਲਓ, ਉਰੋਂ ਚੱਲਦੇ ਹੋਏ ਜਿਹੜੀ ਆਹ ਸਾਰਾ ਬਾਰਡਰ ਦਿਖਾਇਆ ਗਿਆ ਹੈ, ਇਹ ਥਲਵਰਤੀ ਬਾਰਡਰ ਹੈ, ਜ਼ਮੀਨੀ ਬਾਰਡਰ ਹੈ। ਇਹਦੀ ਲੰਬਾਈ ਹੈ ਬੇਟਾ 15200 ਕਿਲੋਮੀਟਰ। ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ ਵੀ। ਫਿਰ ਆਪਾਂ ਸਮੁੰਦਰੀ ਤੱਟਾਂ ਦੀ ਗੱਲ ਕਰੀਏ, ਥਲਵਰਤੀ ਸੀਮਾ ਹੋ ਗਈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਤਟਵਰਤੀ ਤੱਟ, ਜਿਹੜੇ ਸਮੁੰਦਰ ਦੇ ਨਾਲ। ਉੱਥੋਂ ਹੀ ਆਪਾਂ ਇੱਧਰਲੇ ਪਾਸੇ ਉਸ ਪੱਛਮੀ ਦਿਸ਼ਾ ਤੋਂ ਸ਼ੁਰੂ ਕਰੀਏ, ਸਮੁੰਦਰ ਨਾਲ ਲੱਗਦਾ ਜਿਹੜਾ ਹਿੱਸਾ ਬਲੈਕ ਕਲਰ ਨਾਲ ਸਾਰਾ ਦਿਖਾਇਆ ਗਿਆ ਹੈ, ਇਹ ਸਮੁੰਦਰ ਦੇ ਤੱਟ ਨੇ। ਇਹਨਾਂ ਦੀ ਲੰਬਾਈ ਹੈ 7516 ਕਿਲੋਮੀਟਰ, 7516 ਕਿਲੋਮੀਟਰ ਇਹਨਾਂ ਦੀ ਲੰਬਾਈ ਹੈ। ਸੋ ਇਹ ਵੀ ਦੋ ਕੁਐਸਚਨ ਇੰਪੋਰਟੈਂਟ ਬਣਦੇ ਨੇ ਤੁਹਾਡੇ। ਤਾਂ ਇਦੋਂ ਮਗਰੋਂ ਸਾਡੇ ਕੋਲ ਆ ਗਿਆ ਭਾਰਤ ਦਾ ਜਿਹੜਾ ਵੱਧ ਵਪਾਰ ਹੈ ਬੇਟਾ ਸਮੁੰਦਰ ਦੇ ਰਸਤੇ ਕੀਤਾ ਜਾਂਦਾ ਹੈ। 96% ਵਪਾਰ ਸਾਡਾ ਭਾਰਤ ਦਾ ਸਮੁੰਦਰ ਦੇ ਰਸਤੇ ਕੀਤਾ ਜਾਂਦਾ ਹੈ। ਸੁਏਜ਼ ਨਹਿਰ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਅਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਡੂੰਘੇ ਹੋ ਗਏ ਹਨ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਯਾਦ ਰੱਖਣਾ ਕਿਹੜੀ ਨਹਿਰ ਦੇ ਖੁੱਲ੍ਹ ਜਾਣ ਨਾਲ ਸਾਡੇ ਯੂਰਪ ਅਤੇ ਅਮਰੀਕੀ ਦੇਸ਼ਾਂ ਨਾਲ ਵਪਾਰ ਵਧੇ ਨੇ, ਪ੍ਰਫੁੱਲਤ ਹੋਏ ਨੇ। ਉਹ ਹੈ ਜੀ ਸੁਏਜ਼ ਨਹਿਰ। ਆ ਤੁਹਾਨੂੰ ਮੈਪ ਦੇ ਉੱਤੇ ਮੈਂ ਦਿਖਾਉਣਾ, ਤੁਹਾਨੂੰ ਆਪੇ ਪਤਾ ਲੱਗੂਗਾ ਵੀ ਇਹਦਾ ਕਾਰਨ ਕੀ ਹੈ ਬੇਟਾ ਜੀ। ਆਹ ਇਹ ਅਫਰੀਕਾ ਮਹਾਦੀਪ, ਆਹ ਤੁਹਾਡੇ ਸਾਹਮਣੇ ਹੈ ਅਫਰੀਕਾ ਮਹਾਦੀਪ। ਉੱਪਰ ਆ ਗਿਆ ਏਸ਼ੀਆ ਤੇ ਯੂਰਪ। ਹੁਣ ਆਹ ਇਹ ਲੰਡਨ ਜਿਹਨੂੰ ਆਪਾਂ ਕਹਿੰਦੇ ਨੇ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ, ਇੱਥੋਂ ਵਪਾਰ ਕਰਨ ਵਾਸਤੇ ਔਰੋਂ ਭਾਰਤ ਤੋਂ ਚੱਲੇ। ਪਹਿਲਾਂ ਸਾਨੂੰ ਆ ਨੀਚੋਂ ਦੀ ਅਫਰੀਕਾ ਮਹਾਦੀਪ ਦੇ ਨੀਚੋਂ ਦੀ ਹਿੰਦ ਮਹਾਸਾਗਰ ਵਿੱਚ ਦੀ ਹੁੰਦੇ ਹੋਏ ਉਰੇ ਪਹੁੰਚਣਾ ਪੈਂਦਾ ਸੀ। ਇਹਦੀ ਲੰਬਾਈ ਪੈਂਦੀ ਸੀ ਲਗਭਗ 12300 ਮੀਲ, ਭਾਵ 19800 ਕਿਲੋਮੀਟਰ। ਹੁਣ ਬੇਟਾ ਆ ਉਰੋਂ ਮੁੰਬਈ ਤੋਂ ਚੱਲਦੇ ਨੇ ਆ ਦੋਨੇ ਅਫਰੀਕਾ ਅਤੇ ਏਸ਼ੀਆ ਮਹਾਦੀਪ ਦੇ ਵਿਚਕਾਰ ਦੀ ਇਹ ਸੁਏਜ਼ ਨਹਿਰ। ਉਰੇ ਇੱਕ ਨਹਿਰ ਬਣਾਈ ਗਈ ਹੈ, ਆਰਟੀਫਿਸ਼ਲ ਨਹਿਰ ਬਣਾਈ ਗਈ ਹੈ। ਇਹਨੂੰ ਕੱਟ ਕਰਕੇ ਤਾਂ ਇਹ ਸਮੁੰਦਰ ਵੀ ਦੀ ਰਸਤਾ ਹੁੰਦਾ ਹੋਇਆ ਉਰੋਂ ਜਾ ਕੇ ਯੂਰਪ। ਇਹਦੇ ਨਾਲ ਸ਼ਾਰਟਕਟ ਰਸਤਾ ਬਣ ਗਿਆ। ਇਹ ਸਿਰਫ 11600 ਕਿਲੋਮੀਟਰ ਦਾ ਰਸਤਾ ਪੈਂਦਾ ਹੈ। ਲਗਭਗ 8000 ਕਿਲੋਮੀਟਰ ਦਾ ਸਾਨੂੰ ਫਰਕ ਪੈ ਗਿਆ, 8000 ਦੀ ਬਚਤ ਹੋ ਗਈ। ਸੋ ਇਸ ਕਰਕੇ ਜਿਹੜੀ ਸੁਏਜ਼ ਨਹਿਰ ਖੁੱਲ੍ਹ ਗਈ, ਇਹਦੇ ਨਾਲ ਸਾਡੇ ਯੂਰਪੀਅਨ ਕੰਟਰੀਜ਼ ਨਾਲ ਜਾਂ ਦੱਖਣੀ ਅਮਰੀਕਨ ਕੰਟਰੀਜ਼ ਦੇ ਨਾਲ ਸਾਡੇ ਵਪਾਰ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਚੁੱਕੇ ਨੇ।
ਸੋ ਇਸ ਤਰ੍ਹਾਂ ਅੱਜ ਆਪਾਂ ਕੁਝ ਭਾਰਤ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਹੈ ਬੇਟਾ। ਕੁਝ ਜਾਣਕਾਰੀ ਆਪਾਂ ਨੈਕਸਟ ਪਾਰਟ ਦੇ ਵਿੱਚ ਵੀ ਹਾਸਲ ਕਰਾਂਗੇ। ਸੋ ਹਲਕੀ ਜਿਹੀ ਰਿਵੀਜ਼ਨ ਫਟਾਫਟ ਕਰ ਲਓ। ਇਹ ਕੁਐਸਚਨ ਬੜੇ ਇੰਪੋਰਟੈਂਟ ਨੇ। ਇਹ ਕੁਐਸਚਨ ਨੇ ਜਿਹਦੇ ਵਿੱਚ ਪਹਿਲਾ ਆ ਗਿਆ ਭਾਰਤ ਸੰਸਾਰ ਵਿੱਚ ਖੇਤਰਫਲ ਦੀ ਦ੍ਰਿਸ਼ਟੀ ਤੋਂ 7ਵਾਂ ਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਵਸੋਂ ਦੀ ਦ੍ਰਿਸ਼ਟੀ ਤੋਂ ਦੂਸਰਾ ਵੱਡਾ ਦੇਸ਼ ਹੈ। ਭਾਰਤ ਦਾ ਉੱਤਰੀ ਦੱਖਣੀ ਪਸਾਰ, ਉੱਤਰ ਤੋਂ ਲੈ ਕੇ ਦੱਖਣ ਤੱਕ ਪਸਾਰ 3214 ਕਿਲੋਮੀਟਰ, ਪੂਰਬ ਤੋਂ ਲੈ ਕੇ ਪੱਛਮੀ ਪਸਾਰ 2933 ਕਿਲੋਮੀਟਰ ਹੈ। ਭਾਰਤ ਨੂੰ ਹਿੰਦ ਮਹਾਸਾਗਰ ਵਿੱਚ ਕੇਂਦਰੀ ਸਥਿਤੀ ਹਾਸਲ ਹੈ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕਿਹੜੀ ਸਥਿਤੀ ਹੈ? ਕੇਂਦਰੀ, ਸੈਂਟਰਲ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਫੋਰਥ ਆ ਗਿਆ ਭਾਰਤ ਦਾ ਖੇਤਰਫਲ 32,87,263 ਵਰਗ ਕਿਲੋਮੀਟਰ, ਭਾਵ 32,87,263 ਵਰਗ ਕਿਲੋਮੀਟਰ ਇਸ ਦਾ ਖੇਤਰਫਲ ਹੈ। ਬਾਕੀ ਦਾ ਪਾਰਟ ਜਿਹੜਾ ਆਪਾਂ ਚੈਪਟਰ ਨਾਲ ਸੰਬੰਧਿਤ ਕੁਝ ਹੋਰ ਅੱਗੇ ਜਾਣਕਾਰੀ ਹੈ ਉਹ ਆਪਾਂ ਨੈਕਸਟ ਪਾਰਟ ਵਿੱਚ ਕਰਾਂਗੇ ਤੇ ਉਮੀਦ ਹੈ ਵੀ ਤੁਸੀਂ ਨੈਕਸਟ ਪਾਰਟ ਵੀ ਬੜੇ ਧਿਆਨ ਨਾਲ ਵਾਚ ਕਰੋਗੇ। ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਨੈਕਸਟ ਪਾਰਟ ਦੇ ਵਿੱਚ ਆਪਾਂ ਭਾਰਤ ਦੇ ਹੋਰ ਅੱਗੇ ਜਾਣਕਾਰੀ ਹਾਸਲ ਕਰਾਂਗੇ ਤੇ ਇਹਨੂੰ ਕੰਪਲੀਟ ਕਰਾਂਗੇ। ਥੈਂਕ ਯੂ ਵੈਰੀ ਮੱਚ ਫॉर ਵਾਚਿੰਗ ਦਿਸ ਵੀਡੀਓ। We will meet in the next video. Thank you. Take care.